ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਬੀਰ ਕਾਵਧਾਰਾ ਦੇ ਪ੍ਰਸਿੱਧ ਕਵੀ ਨਜਾਬਤ ਦੀ ਲਿਖੀ ਹੋਈ ਵਾਰ ਨਾਦਰ ਸ਼ਾਹ ਦੇ ਪ੍ਰਸੰਗ ਦਿੱਲੀ ਸ਼ਹਿਰ ਬਾਰੇ ਚਰਚਾ ਕਰਨ ਜਾ ਰਹੇ ਹਾਂ, ਇਸ ਦੀ ਵਿਆਖਿਆ ਕਰਨ ਜਾ ਰਹੇ ਹਾਂ। ਇਸ ਵਾਰ ਦੇ ਵਿੱਚ ਨਜਾਬਤ ਨੇ ਜਦ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਨਾਦਰ ਸ਼ਾਹ ਨੇ ਹਮਲਾ ਕੀਤਾ, ਉਸ ਹਮਲੇ ਕਰਨ ਦੇ ਕਾਰਨ ਕੀ ਸਨ, ਕਿਉਂ ਹਮਲਾ ਕੀਤਾ ਗਿਆ, ਉਹ ਪਰਿਸਥਿਤੀਆਂ ਕਿਹੋ ਜਿਹੀਆਂ ਸਨ ਜਿਨ੍ਹਾਂ ਕਰਕੇ ਹਮਲਾ ਹੋਇਆ, ਇਸ ਸਾਰੀ ਕਹਾਣੀ ਨੂੰ, ਇਸ ਸਾਰੇ ਇਤਿਹਾਸ ਨੂੰ, ਮਿਥਿਹਾਸ ਨੂੰ ਵਾਚਣ ਦਾ ਯਤਨ ਕੀਤਾ ਹੈ, ਬਿਆਨ ਕਰਨ ਦਾ ਯਤਨ ਕੀਤਾ ਹੈ। ਕਵੀ ਦਿੱਲੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੋਇਆ ਕਹਿ ਰਿਹਾ ਹੈ ਕਿ ਅਵਲ ਦਿੱਲੀ ਤੂਰਾਂ ਨੇ, ਅਵਲ ਮੀਨ ਸਭ ਤੋਂ ਪਹਿਲਾਂ ਦਿੱਲੀ ਦੀ ਰਾਜਗੱਦੀ ਦੇ ਉੱਪਰ ਤੂਰ ਵੰਸ਼ ਦੇ ਜੋ ਲੋਕ ਸਨ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ। ਅਵਲ ਦਿੱਲੀ ਤੂਰਾਂ ਨੇ ਘਰ ਆਪਣੀ ਪਾਈ, ਭਾਵ ਦਿੱਲੀ ਨੂੰ ਆਪਣੀ ਰਾਜਗੱਦੀ ਬਣਾ ਲਿਆ, ਦਿੱਲੀ ਦੀ ਰਾਜਗੱਦੀ 'ਤੇ ਕਾਇਮ ਹੋ ਗਏ। ਫਿਰ ਲਈ ਚੌਹਾਨਾ ਆਏ ਕੇ ਅੰਗ ਖੁਸ਼ ਕਰ ਲਾਈ। ਫਿਰ ਚੌਹਾਨਾਂ ਨੇ ਤੂਰ ਵੰਸ਼ਜ ਜੋ ਸਨ ਉਹਨਾਂ ਨੂੰ ਹਰਾ ਕੇ ਦਿੱਲੀ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਅਤੇ ਬੜੀ ਖੁਸ਼ੀ ਦੇ ਨਾਲ ਇਸ 'ਤੇ ਰਾਜ ਕਰਨ ਲੱਗੇ। ਫਿਰ ਲਈ ਸੀ ਗੌਰੀਆਂ, ਅਤੇ ਚੌਹਾਨਾਂ ਤੋਂ ਬਾਅਦ ਗੌਰੀ ਜੋ ਵਿਦੇਸ਼ੀ ਹਮਲਾਵਰ ਸਨ ਉਹਨਾਂ ਨੇ ਦਿੱਲੀ ਦੇ ਧਨ ਸੰਪਦਾ, ਜੋ ਸੁੱਖ ਸਮਰਿੱਧੀ ਸੀ ਇੱਥੋਂ ਦੀ, ਉਸ ਨੇ ਇੰਨਾ ਪ੍ਰਭਾਵਿਤ ਕੀਤਾ ਗੌਰੀ ਵੰਸ਼ ਦੇ ਲੋਕ ਜੋ ਸਨ, ਇਸਲਾਮ ਸ਼ਾਸਕ ਜੋ ਸਨ ਉਹਨਾਂ ਨੂੰ, ਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਸੁਪਨਾ ਬਣ ਗਿਆ ਕਿ ਕਿਸੇ ਨਾ ਕਿਸੇ ਹੀਲੇ ਦਿੱਲੀ ਦੀ ਰਾਜਗੱਦੀ ਦੇ ਉੱਤੇ ਕਾਇਮ ਹੋਇਆ ਜਾਵੇ। ਔਰ ਉਹਨਾਂ ਨੇ ਚੌਹਾਨਾਂ 'ਤੇ ਹਮਲਾ ਕਰਕੇ ਚੌਹਾਨਾਂ ਨੂੰ ਹਰਾ ਕੇ ਦਿੱਲੀ ਦੀ ਰਾਜਗੱਦੀ 'ਤੇ ਖੁਦ ਕਬਜ਼ਾ ਕਰ ਲਿਆ। ਕਿਹਨਾਂ ਨੇ? ਗੌਰੀ ਵੰਸ਼ ਦੇ ਲੋਕਾਂ ਨੇ, ਜਿਵੇਂ ਮੁਹੰਮਦ ਗੌਰੀ। ਕੋਈ ਮੁੱਦਤ ਵਸਾਈ ਅਤੇ ਇਸਲਾਮ ਦਾ ਸ਼ਾਸਨ ਜੋ ਸੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮੁੱਦਤ ਤੋਂ ਬਾਅਦ ਬਹੁਤ ਲੰਮੇ ਸਮੇਂ ਤੱਕ ਰਿਹਾ। ਫਿਰ ਲਈ ਪਠਾਣਾ ਆਣ ਕੇ ਘਰ ਚੌਥੇ ਆਈ। ਫਿਰ ਉਸ ਤੋਂ ਬਾਅਦ ਗੌਰੀਆਂ ਨੂੰ ਇਸਲਾਮ ਸ਼ਾਸਕ ਜੋ ਸਨ ਉਹਨਾਂ ਨੂੰ ਹਰਾ ਕੇ ਹਿੰਦੁਸਤਾਨੀ ਪਠਾਣਾਂ ਦਾ ਜੋ ਹੈ ਹਿੰਦੁਸਤਾਨ ਦੀ ਦਿੱਲੀ ਦੇ ਉੱਤੇ ਕਬਜ਼ਾ ਹੋ ਗਿਆ। ਘਰ ਚੌਥੇ ਪਾਈ। ਇਸ ਤਰ੍ਹਾਂ ਚੌਥੇ ਵੰਸ਼ਜ ਜੋ ਸਨ ਉਹ ਪਠਾਨ ਘਰਾਣੇ ਦੇ ਸਨ। ਫਿਰ ਲਈ ਚੌਗੱਤਿਆਂ ਘੱਤ ਮਾਰ ਕੁਟਾਈ। ਅਤੇ ਇਸ ਤੋਂ ਬਾਅਦ ਫਿਰ ਜੋ ਬਾਬਰ ਦਾ ਪੁਰਖੇ ਸਨ, ਕਿਉਂਕਿ ਬਾਬਰ ਜੋ ਸੀ ਉਹ ਚੌਗਿੱਤਾ ਖਾਨਦਾਨ ਦੇ ਨਾਲ, ਚੰਗੇਜ਼ ਖਾਂ ਦੇ ਨਾਲ ਸੰਬੰਧ ਰੱਖਦਾ ਸੀ। ਸੋ ਇਸ ਕਰਕੇ ਪਠਾਣਾਂ ਨੂੰ ਹਰਾਉਣ ਤੋਂ ਬਾਅਦ, ਕਿਉਂਕਿ ਜਦੋਂ ਹਿੰਦੁਸਤਾਨ ਦੇ ਹਾਲਾਤ ਇੰਨੇ ਨਾ ਖੁਸ਼ਗਵਾਰ ਹੋ ਗਏ, ਜੋ ਪਿਛਲੇ ਹਿੱਸੇ ਦੇ ਵਿੱਚ ਅਸੀਂ ਚਰਚਾ ਕਰ ਚੁੱਕੇ ਹਾਂ, ਉਹਨਾਂ ਨਾ ਖੁਸ਼ਗਵਾਰ ਪਰਿਸਥਿਤੀਆਂ ਕਰਕੇ ਹੀ ਜੋ ਬਾਬਰ ਸੀ ਉਸਨੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹਮਲਾ ਕਰਕੇ ਦਿੱਲੀ ਦੇ ਉੱਤੇ ਆਪਣਾ ਕਬਜ਼ਾ ਕਾਇਮ ਕਰ ਲਿਆ। ਜੋ ਇਬਰਾਹਿਮ ਲੋਧੀ ਸੀ ਉਸਨੂੰ ਹਰਾ ਕੇ। ਇਸ ਤਰ੍ਹਾਂ ਫਿਰ ਲਈ ਚੁਗੱਤਿਆਂ ਘੱਤ ਮਾਰ ਕੁਟਾਈ। ਇਸ ਤਰ੍ਹਾਂ ਬਹੁਤ ਜ਼ਿਆਦਾ, ਕਿਉਂਕਿ ਬਾਬਰ ਨੇ ਜਦੋਂ ਹਿੰਦੁਸਤਾਨ 'ਤੇ ਹਮਲਾ ਕੀਤਾ ਹੈ ਅਤੇ ਉਸ ਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਬਾਬਰ ਦੇ ਹਮਲੇ ਦੌਰਾਨ ਕਿੰਨਾ ਜ਼ੁਲਮ ਹੋਇਆ ਸੀ ਹਿੰਦੁਸਤਾਨੀ ਲੋਕਾਂ 'ਤੇ। ਸੋ ਕਵੀ ਕਹਿ ਰਿਹਾ ਹੈ ਕਿ ਫਿਰ ਲਈ ਚੁਗੱਤਿਆਂ ਘੱਤ ਮਾਰ ਕੁਟਾਈ। ਬਹੁਤ ਜ਼ੁਲਮ ਕਰਨ ਤੋਂ ਬਾਅਦ ਇਸਲਾਮ ਨੇ ਫਿਰ ਇੱਕ ਵਾਰੀ ਦਿੱਲੀ ਦੀ ਰਾਜਗੱਦੀ 'ਤੇ ਆਪਣਾ ਕਬਜ਼ਾ ਸਥਾਪਿਤ ਕਰ ਲਿਆ। ਦਿੱਲੀ ਹੈ ਸਿਆਰੀਏ ਰਤ ਧੜੀ ਲਵਾਈ। ਇੱਥੇ ਦਿੱਲੀ ਦੇ ਵੱਲ ਮੋਹਿਤ ਹੋ ਕੇ ਵੰਨ ਸੁਵੰਨੇ ਜੋ ਮਹਾਰਾਜੇ ਜਾਂ ਰਾਜੇ ਵਿਦੇਸ਼ੀ ਸ਼ਾਸਕ ਹਿੰਦੁਸਤਾਨ ਦੇ ਉੱਤੇ ਹਮਲਾ ਕਰਦੇ ਸਨ, ਉਸ ਦਾ ਕਾਰਨ ਵੀ ਕਵੀ ਨੇ ਇੱਕ ਤਰ੍ਹਾਂ ਦੇ ਨਾਲ ਦਿੱਲੀ ਨੂੰ ਮਿਥਿਆ ਹੈ। ਕਵੀ ਕਹਿ ਰਿਹਾ ਕਿ ਦਿੱਲੀ ਹੈ ਸਿਆਰੀਏ, ਭਾਵ ਬੜੀ ਜ਼ਾਲਮ ਔਰਤ ਹੈ ਤੂੰ। ਹੇ ਦਿੱਲੀਏ, ਤੂੰ ਇੰਨੀ ਹੁਸ਼ਿਆਰੀ ਹੈ, ਇੰਨੀ ਜ਼ਾਲਮ ਹੈ, ਰਤ ਧੜੀ ਲਵਾਈ, ਕਿ ਤੇਰੇ ਕਰਕੇ, ਤੇਰੇ ਉੱਤੇ ਕਬਜ਼ਾ ਕਰਨ ਦੇ ਲਈ, ਤੈਨੂੰ ਪਾਉਣ ਦੇ ਲਈ ਬੜੇ ਰਾਜ ਘਰਾਨਿਆਂ ਦੇ ਵਿੱਚ ਬੜੇ ਯੁੱਧ ਹੁੰਦੇ ਹਨ, ਬੜੇ ਸੰਘਰਸ਼ ਹੁੰਦੇ ਹਨ, ਬੜੀ ਮਾਰ ਕਾਟ ਹੁੰਦੀ ਹੈ, ਇੱਥੋਂ ਤੱਕ ਕਿ ਉਹ ਆਪਣੇ ਹੀ ਵੰਸ਼ ਨੂੰ ਖਤਮ ਕਰਕੇ ਤੇਰੇ ਉੱਪਰ ਆਪਣਾ ਰਾਜ ਜੋ ਹੈ ਸਥਾਪਿਤ ਕਰਦੇ ਹਨ। ਇਸ ਲਈ ਕਵੀ ਨੇ ਦਿੱਲੀ ਨੂੰ ਇੱਕ ਔਰਤ ਦੇ ਨਾਲ ਤੁਲਨਾਇਆ ਹੈ। ਇੱਥੇ ਦਿੱਲੀ ਦਾ ਮਾਨਵੀਕਰਨ ਹੋ ਗਿਆ। ਸੋ ਕਵੀ ਕਹਿ ਰਿਹਾ ਹੈ ਕਿ ਤੂੰ ਮਾਸ ਖਾਏ ਰਾਜਪੁੱਤਰਾਂ ਕੀ, ਹੇ ਦਿੱਲੀਏ ਤੂੰ ਇੰਨੀ ਹੰਸਿਆਰੀ ਭਾਵ ਜ਼ਾਲਮ ਹੈ ਕਿ ਆਪਣੇ ਖੁਸ਼ੀ ਦੇ ਲਈ, ਆਪਣੇ
ਸ਼ਿੰਗਾਰ ਦੇ ਲਈ ਤੂੰ ਮਾਸ ਖਾਏ ਰਾਜਪੁੱਤਰਾ, ਕਿ ਤੂੰ ਰਾਜ ਘਰਾਣੇ ਦੇ ਭਾਵ ਤੇਰੇ ਦਿੱਲੀ ਦੀ ਰਾਜਗੱਦੀ 'ਤੇ ਕਾਬਜ਼ ਹੋਣ ਦੇ ਲਈ, ਕਿਉਂਕਿ ਸ਼ੁਰੂ ਤੋਂ ਹੀ ਰਾਜਿਆਂ ਦੇ ਵਿੱਚ ਰਾਜਪੁੱਤਰਾਂ ਦੇ ਵਿੱਚ ਯੁੱਧ ਹੁੰਦੇ ਆਏ ਹਨ। ਇਸ ਲਈ ਕਵੀ ਕਹਿ ਰਿਹਾ ਹੈ ਕਿ ਤੂੰ ਰਾਜ ਘਰਾਣੇ ਦੇ ਰਾਜਪੁੱਤਰਾਂ ਦਾ ਮਾਸ ਖਾਣ ਦੀ ਸ਼ੌਕੀਨ ਹੋ ਗਈ ਹੈ ਦਿੱਲੀਏ, ਕਿ ਤੈਨੂੰ ਰਾਜ ਘਰਾਣੇ ਦੇ ਜਿਹੜੇ ਪੁੱਤਰ ਨੇ ਉਹਨਾਂ ਦਾ ਮਾਸ ਸ਼ਾਇਦ ਜ਼ਰੂਰਤ ਤੋਂ ਜ਼ਿਆਦਾ ਚੰਗਾ ਲੱਗਦਾ ਹੈ। ਕਿਵੇਂ? ਜਿਉਂ ਬੱਕਰ ਕਸਾਈ, ਜਿਸ ਤਰ੍ਹਾਂ ਕਸਾਈ ਜੋ ਹੈ ਬੜੀ ਕਿਰਕੀ ਦੇ ਨਾਲ ਬੜੀ ਜ਼ਾਲਮਤਾਨਾ ਅੰਦਾਜ਼ ਦੇ ਵਿੱਚ ਬੱਕਰੇ ਨੂੰ ਵੱਢ ਦਿੰਦਾ ਹੈ, ਠੀਕ ਇਸੇ ਤਰ੍ਹਾਂ ਹੀ ਤੇਰੇ ਕਰਕੇ ਵੀ ਰਾਜ ਪੁੱਤਰਾਂ ਦੇ ਵਿੱਚ, ਰਾਜ ਘਰਾਣੇ ਦੇ ਰਾਜਕੁਮਾਰਾਂ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਦੀਆਂ ਚਾਲਾਂ ਹੀ ਨਹੀਂ ਹੁੰਦੀਆਂ, ਬਲਕਿ ਉਹ ਚਾਲਾਂ ਕਾਮਯਾਬ ਵੀ ਹੁੰਦੀਆਂ ਰਹੀਆਂ। ਤੂੰ ਲੱਖ ਲਹਾਈਆਂ ਖੂਣੀਆਂ, ਕਵੀ ਕਹਿ ਰਿਹਾ ਹੈ ਕਿ ਤੇਰੇ ਉੱਤੇ ਕਾਬਜ਼ ਹੋਣ ਦੇ ਲਈ ਲੱਖਾਂ ਖੂਣੀਆਂ, ਖੂਣੀ ਤੋਂ ਭਾਵ ਹੈ ਜਦੋਂ ਵੀ ਕੋਈ ਇੰਨੀ ਵੱਡੀ ਸੈਨਾ ਜੋ ਹੈ ਲੰਘੇ ਕਿ ਉਸ ਸੈਨਾ ਦੇ ਕਦਮਾਂ ਦੀ ਧੂੜ ਦੇ ਨਾਲ ਕੋਈ ਲਾਗੇ ਖੂਹ ਜੋ ਹੈ ਉਸ ਧੂੜ ਦੇ ਨਾਲ ਭਰ ਜਾਵੇ, ਉਸ ਨੂੰ ਇੱਕ ਖੂਣੀ ਸੈਨਾ ਕਿਹਾ ਜਾਂਦਾ ਹੈ। ਪਤਾ ਨਹੀਂ ਯਾਨੀ ਕਿ ਕਿੰਨੇ ਅਣਗਿਣਤ ਅਰਬਾਂ ਖਰਬਾਂ ਦੀ ਗਿਣਤੀ ਦੇ ਵਿੱਚ ਉਹ ਸੈਨਾ ਨਿਕਲੇਗੀ, ਕਿਉਂਕਿ ਖੂਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਕਿ ਜੋ ਥੋੜ੍ਹੀ ਬਹੁਤੀ ਧੂੜ ਦੇ ਨਾਲ ਭਰ ਜਾਵੇ। ਉਸ ਦੇ ਲਈ ਕਿੰਨੀਆਂ ਕੁ ਅਰਬਾਂ ਖਰਬਾਂ ਜ਼ਿੰਦਗਾਨੀਆਂ ਜਿਹੜੀਆਂ ਨੇ ਉਹ ਬਰਬਾਦ ਹੋਈਆਂ ਹੋਣਗੀਆਂ, ਖਤਮ ਹੋਈਆਂ ਹੋਣਗੀਆਂ, ਜਿਸ ਸਦਕਾ ਦਿੱਲੀ ਦੀ ਰਾਜਗੱਦੀ 'ਤੇ ਉਹ ਕਾਬਜ਼ ਹੁੰਦੇ ਹੋਣਗੇ। ਤੂੰ ਲੱਖ ਲਹਾਈਆਂ ਖੂਣੀਆਂ ਮਿਹਰ ਮੂਲ ਨਾ ਆਈ, ਪਰ ਫਿਰ ਵੀ ਇਸ ਦੇ ਬਾਵਜੂਦ ਵੀ ਕਵੀ ਕਹਿ ਰਿਹਾ ਕਿ ਤੇਰੇ ਦਿਲ ਦੇ ਵਿੱਚ ਕੋਈ ਮਿਹਰ ਭਾਵ, ਦਇਆ ਭਾਵ ਜਾਂ ਕਰੁਣਾ ਕਿਸੇ ਦੇ ਪ੍ਰਤੀ ਮੂਲ ਨਾ, ਜਮਾ ਨਹੀਂ, ਬਿਲਕੁਲ ਵੀ ਨਹੀਂ ਆਈ। ਕਿਉਂ ਨਹੀਂ ਆਈ? ਤੈਨੂੰ ਨਿਵੀਆਂ ਜਿਮੀਆਂ ਸਾਰੀਆਂ ਜਗ ਫਿਰੀ ਦੁਹਾਈ, ਕਿਉਂਕਿ ਸਾਰੇ ਸੰਸਾਰ ਦੇ ਜਿੰਨੇ ਵੀ ਦੇਸ਼ ਸਨ, ਮੁਲਕ ਸਨ, ਜਿੱਥੇ ਜਿੱਥੇ ਵੀ ਕੋਈ ਵਿਸਤਾਰਵਾਦੀ ਨੀਤੀਆਂ ਵਾਲੇ ਰਾਜੇ ਬੈਠੇ ਸਨ, ਉਹ ਸਾਰੇ ਹਿੰਦੁਸਤਾਨ ਦੀ ਧਰਤੀ ਨੂੰ ਦੇ ਉੱਤੇ ਕਾਬਜ਼ ਹੋਣ ਦੇ ਲਈ ਹਰ ਤਰ੍ਹਾਂ ਦਾ ਨਾ ਸਾਮ ਦੰਡ ਭੇਦ ਜਿਹੜਾ ਹੈ ਅਪਣਾਉਣ ਦੇ ਲਈ ਤਿਆਰ ਹੁੰਦੇ ਸਨ। ਜਗ ਫਿਰੀ ਦੁਹਾਈ, ਕਿਉਂਕਿ ਤੇਰੀ ਧਨ ਸੰਪਦਾ ਦੀ, ਤੇਰੇ ਸੁਹੱਪਨ ਦੀ, ਤੇਰੀ ਖੂਬਸੂਰਤੀ ਦੀ ਅਤੇ ਵਿਸ਼ਵ ਦੇ ਵਿੱਚ ਦੁਹਾਈ ਮੱਚ ਚੁੱਕੀ ਸੀ। ਵਿਸ਼ਵ ਦਾ ਹਰ ਦੇਸ਼ ਜੋ ਸੀ ਤੇਰੇ ਉੱਤੇ ਕਾਬਜ਼ ਹੋਣ ਦੇ ਲਈ ਤਰਲੋ ਮੱਛੀ ਹੁੰਦਾ ਸੀ। ਇੱਕ ਮਾਰੇ ਇੱਕ ਸਿਰ ਧਰੇ, ਫਿਰ ਕਵੀ ਕਹਿ ਰਿਹਾ ਕਿ ਤੇਰੀ ਸਥਿਤੀ ਤਾਂ ਦਿੱਲੀਏ ਅਜਿਹੀ ਸੀ, ਉਸ ਔਰਤ ਜਿਹੀ ਸੀ, ਇੱਕ ਮਾਰੇ ਇੱਕ ਸਿਰ ਧਰੇ, ਜਿਸ ਦਾ ਇੱਕ ਪਤੀ ਜੋ ਹੈ ਜੇਕਰ ਉਹ ਮੌਤ ਨੂੰ ਪ੍ਰਵਾਨ ਹੋ ਜਾਏ, ਮੌਤ ਦੇ ਮੂੰਹ ਦੇ ਵਿੱਚ ਸਮਾ ਜਾਵੇ, ਅਤੇ ਉਹ ਉਸ ਦੇ ਸੋਗ ਦੇ ਵਿੱਚ 4 ਦਿਨ ਸ਼ੋਕ ਮਨਾਉਣ ਦੀ ਥਾਵੇਂ ਇੱਕ ਨਵਾਂ ਹੋਰ ਵਿਆਹ ਕਰ ਲਵੇ, ਨਵੇਂ ਪਤੀ ਨੂੰ ਪ੍ਰਵਾਨ ਕਰ ਲਵੇ। ਨਿਤ ਹੁਸਨ ਸਵਾਈ, ਤੇਰਾ ਭਾਵ ਉਸ ਔਰਤ ਵਾਂਗ ਤੇਰਾ ਨਖਰਾ, ਤੇਰਾ ਸੁਹੱਪਨ ਜੋ ਹੈ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ। ਦਿੱਲੀ ਤੋਂ ਸ਼ਹਿਜ਼ਾਦਿਆਂ ਖਹਿ ਹੁੰਦੀ ਆਈ। ਫਿਰ ਕਵੀ ਕਹਿ ਰਿਹਾ ਹੈ ਕਿ ਤੇਰੀ ਸਥਿਤੀ ਤਾਂ ਅਜਿਹੀ ਹੈ ਕਿ ਤੇਰੇ 'ਤੇ ਕਾਬਜ਼ ਹੋਣ ਦੇ ਲਈ ਸ਼ਹਿਜ਼ਾਦਿਆਂ ਨੇ, ਰਾਜ ਘਰਾਣੇ ਦੇ ਰਾਜਪੁੱਤਰਾਂ ਨੇ ਆਪਣੇ ਭਰਾਵਾਂ ਤੱਕ ਨੂੰ ਨਹੀਂ ਬਖਸ਼ਿਆ। ਆਪਸ ਦੇ ਵਿੱਚ ਖਹਿ ਹੁੰਦੀ ਆਈ, ਭਾਵ ਇੱਕ ਦੂਜੇ ਦੇ ਨਾਲ ਦਿੱਲੀ ਦੀ ਰਾਜਗੱਦੀ 'ਤੇ ਕਾਬਜ਼ ਹੋਣ ਦੇ ਲਈ ਉਹ ਲੜਦੇ, ਸੰਘਰਸ਼ ਕਰਦੇ, ਖਹਿੰਦੇ, ਈਰਖਾਬਾਜ਼ੀ, ਠੱਗੀ, ਹਰ ਤਰ੍ਹਾਂ ਦਾ ਜੋ ਉਹ ਢੰਗ ਅਪਣਾ ਕੇ ਵੀ ਦਿੱਲੀ 'ਤੇ ਕਾਬਜ਼ ਹੋਣ ਦੀਆਂ ਸਕੀਮਾਂ ਬਣਾਉਂਦੇ ਸਨ। ਜਿਵੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੀ ਰਾਜਗੱਦੀ 'ਤੇ ਕਾਇਮ ਹੋਣ ਦੇ ਲਈ, ਦਿੱਲੀ ਦੀ ਰਾਜਗੱਦੀ ਪ੍ਰਾਪਤ ਕਰਨ ਦੇ ਲਈ ਆਪਣੇ ਪਿਤਾ, ਆਪਣੇ ਭਰਾਵਾਂ, ਆਪਣੀ ਭੈਣ, ਸਭ ਨੂੰ ਕਿਸੇ ਨੂੰ ਕੈਦ ਕਰਵਾ ਦਿੱਤਾ ਸੀ, ਕਿਸੇ ਨੂੰ ਮਰਵਾ ਦਿੱਤਾ ਸੀ। ਸੋ ਰਾਜ ਘਰਾਣੇ ਦੇ ਜਿਹੜੇ ਰਾਜਕੁਮਾਰ ਸਨ, ਆਪਣੇ ਭੈਣਾਂ ਭਰਾਵਾਂ ਦੇ ਖੂਨ ਦੇ ਵੀ ਪਿਆਸੇ ਹੋ ਜਾਂਦੇ ਸਨ ਤੇਰੇ ਉੱਤੇ ਕਾਬਜ਼ ਹੋਣ ਦੇ ਲਈ ਦਿੱਲੀਏ। ਇਸ ਲਈ ਤੂੰ ਇੰਨੀ ਜ਼ਾਲਮ ਹੈ ਕਿ ਤੇਰੇ ਭਾਵ ਜੋ ਰਾਜ ਗੱਦੀ ਹੈ ਜਾਂ ਪਾਵਰ ਹੈ, ਉਹ ਇੰਨਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ ਸ਼ਖਸ ਦੇ ਕਿ ਉਹ ਬਿਨਾਂ ਸੋਚੇ ਸਮਝੇ ਹੀ ਆਪਣਿਆਂ ਦਾ ਖੂਨ ਕਰਨ ਤੋਂ ਵੀ ਬਾਜ਼ ਨਹੀਂ ਆਉਂਦਾ। ਧੰਨਵਾਦ।